ਸਤਿ ਸ੍ਰੀ ਅਕਾਲ। ਅੱਜ ਦੀ ਕਹਾਣੀ ਹੈ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਇੱਕ ਸਵਾਮੀ ਜੀ ਹਰ ਰੋਜ਼ ਆਪਣੇ ਆਸ਼ਰਮ ਵਿੱਚ ਪ੍ਰਵਚਨ ਦਿੰਦੇ ਸਨ। ਉੱਥੇ ਹਰ ਰੋਜ਼ ਇੱਕ ਖੋਮਚੇ ਵਾਲਾ ਵੀ ਆਇਆ ਕਰਦਾ ਸੀ। ਇੱਕ ਦਿਨ ਸਵਾਮੀ ਜੀ ਨੇ ਕਿਹਾ, ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ, ਉਸ ਨੂੰ ਤਾਂ ਅਸੀਂ ਬਹੁਤ ਛੇਤੀ ਮਹਿਸੂਸ ਕਰ ਸਕਦੇ ਹਾਂ। ਇਹ ਸੁਣ ਕੇ ਖੋਮਚੇ ਵਾਲਾ ਸਵਾਮੀ ਜੀ ਦੇ ਕੋਲ ਪਹੁੰਚਿਆ ਅਤੇ ਬੋਲਿਆ, ਮਹਾਰਾਜ, ਮੈਂ ਹਰ ਰੋਜ਼ ਤੁਹਾਡੇ ਪ੍ਰਵਚਨ ਸੁਣਦਾ ਹਾਂ ਅਤੇ ਸੱਚਾਈ ਨਾਲ ਜੀਵਨ ਗੁਜ਼ਾਰਦਾ ਹਾਂ, ਫਿਰ ਮੈਨੂੰ ਪਰਮਾਤਮਾ ਦੀ ਅਨੁਭੂਤੀ ਕਿਉਂ ਨਹੀਂ ਹੁੰਦੀ? ਸਵਾਮੀ ਜੀ ਨੇ ਉਸ ਨੂੰ ਕਿਹਾ, ਤੁਸੀਂ ਆਪਣੇ ਅੰਦਰ ਝਾਕੋ, ਕੋਈ ਰੁਕਾਵਟ ਹੋਵੇਗੀ ਜਿਸ ਦੇ ਹਟਦੇ ਹੀ ਤੁਹਾਨੂੰ ਈਸ਼ਵਰ ਦਾ ਅਨੁਭਵ ਹੋ ਜਾਵੇਗਾ। ਇਹ ਗੱਲ ਖੋਮਚੇ ਵਾਲੇ ਦੇ ਮਨ ਵਿੱਚ ਬੈਠ ਗਈ। ਅਗਲੇ ਦਿਨ ਉਹ ਠੇਕੇ ਦੇ ਕੋਲ ਖੜਾ ਸੀ ਤਾਂ ਉਸਨੇ ਦੇਖਿਆ, ਬਹੁਤ ਤੇਜ਼ ਧੁੱਪ ਵਿੱਚ ਇੱਕ ਕਾਫੀ ਉਮਰ ਦਾ ਵਿਅਕਤੀ ਚੱਲਦਾ ਚੱਲਦਾ ਚੱਕਰ ਖਾ ਕੇ ਡਿੱਗ ਪਿਆ। ਖੋਮਚੇ ਵਾਲਾ ਦੌੜ ਕੇ ਉਸ ਦੇ ਕੋਲ ਗਿਆ ਅਤੇ ਉਸ ਨੂੰ ਚੁੱਕ ਕੇ ਦਰਖਤ ਦੀ ਛਾਂ ਥੱਲੇ ਲੈ ਆਇਆ। ਹੋਸ਼ ਵਿੱਚ ਆਉਣ ਤੇ ਉਸ ਨੂੰ ਠੰਡਾ ਪਾਣੀ ਪਿਲਾਇਆ। ਉਸ ਬਜ਼ੁਰਗ ਵਿਅਕਤੀ ਨੂੰ ਹੁਣ ਕਾਫੀ ਰਾਹਤ ਮਹਿਸੂਸ ਕਰ ਰਿਹਾ ਸੀ। ਉਹ ਸਮਝ ਗਿਆ ਕਿ ਇਹ ਖੋਮਚੇ ਵਾਲਾ ਦੀ ਸੇਵਾ ਦਾ ਨਤੀਜਾ ਹੈ। ਉਹ ਕੁਝ ਕਹਿ ਤਾਂ ਨਹੀਂ ਸਕਿਆ, ਪਰ ਉਸ ਦੀਆਂ ਅੱਖਾਂ ਵਿੱਚੋਂ ਜੋ ਆਸ਼ੀਰਵਾਦ ਦੇ ਅਥਰੂ ਨਿਕਲੇ, ਉਹਨਾਂ ਨੂੰ ਅਨੁਭਵ ਕਰਕੇ ਖੋਮਚੇ ਵਾਲਾ ਆਨੰਦਿਤ ਹੋ ਗਿਆ। ਇਸ ਨਾਲ ਉਸ ਨੂੰ ਬਹੁਤ ਸ਼ਾਂਤੀ ਮਿਲੀ। ਜਿਸ ਅਨੁਭਵ ਦੀ ਉਸ ਨੂੰ ਤਲਾਸ਼ ਸੀ, ਉਹ ਪਰਮਾਤਮਾ ਦੇ ਪਿਆਰ ਦਾ ਅਨੁਭਵ ਉਸ ਨੂੰ ਹੋ ਗਿਆ। ਉਸਨੇ ਸਵਾਮੀ ਜੀ ਕੋਲ ਜਾ ਕੇ ਸਾਰੀ ਘਟਨਾ ਸੁਣਾਈ। ਸਵਾਮੀ ਜੀ ਬੋਲੇ, ਤੁਸੀਂ ਹੰਕਾਰ ਤਿਆਗ ਕੇ ਨਿਸ਼ਕਾਮ ਭਾਵ ਨਾਲ ਇੱਕ ਲੋੜਵੰਦ ਦੀ ਸੇਵਾ ਕੀਤੀ ਹੈ। ਇਸ ਨਾਲ ਤੁਹਾਡੀ ਰੁਕਾਵਟ ਦੂਰ ਹੋ ਗਈ ਅਤੇ ਤੁਹਾਨੂੰ ਪਰਮਾਤਮਾ ਦੇ ਪਿਆਰ ਦਾ ਅਨੁਭਵ ਹੋ ਗਿਆ। ਜੀਵਨ ਵਿੱਚ ਹੰਕਾਰ, ਕਾਮਨਾਵਾਂ, ਚਿੰਤਾ ਪਰਮਾਤਮਾ ਦੀ ਪ੍ਰਾਪਤੀ ਵਿੱਚ ਰੁਕਾਵਟਾਂ ਬਣਦੀਆਂ ਹਨ। ਜੇਕਰ ਅਸੀਂ ਸਭ ਕੁਝ ਤਿਆਗ ਕੇ ਨਿਸ਼ਕਾਮ ਭਾਵ ਨਾਲ ਸੇਵਾ ਕਰੀਏ ਤਾਂ ਸਾਨੂੰ ਅਲੌਕਿਕ ਆਨੰਦ ਦੀ ਅਨੁਭੂਤੀ ਹੋ ਸਕਦੀ ਹੈ। ਪਰਮ ਪਿਤਾ ਦਾ ਪਿਆਰ ਮਹਿਸੂਸ ਹੋ ਸਕਦਾ ਹੈ। ਜੋ ਬੀਜੋਗੇ ਉਹੀ ਫਲ ਪਾਓਗੇ, ਜਿਸ ਤਰ੍ਹਾਂ ਦਾ ਬੀਜੋਗੇ ਉਹੀ ਪਾਓਗੇ। ਇਹ ਮਸ਼ਹੂਰ ਕਹਾਵਤ ਦੇ ਆਧਾਰ 'ਤੇ ਬਚਪਨ ਤੋਂ ਹੀ ਮਾਤਾ ਪਿਤਾ ਦੁਆਰਾ ਅਤੇ ਅਧਿਆਪਕਾਂ ਦੁਆਰਾ ਇਹ ਸਿਖਾਇਆ ਜਾਂਦਾ ਹੈ ਕਿ ਆਪਣਾ ਚਰਿੱਤਰ, ਚਾਲ ਚੱਲਣ ਇਸ ਤਰ੍ਹਾਂ ਦੀ ਰੱਖੋ ਕਿ ਸਾਰਿਆਂ ਦੇ ਪਿਆਰ ਦੇ ਪਾਤਰ ਤੁਸੀਂ ਆਪ ਹੀ ਬਣ ਸਕੋ। ਇਸ ਲਈ ਜਦ ਕੋਈ ਬੱਚਾ ਸ਼ਰਾਰਤ ਕਰਦਾ ਹੈ ਤਾਂ ਆਮ ਲੋਕਾਂ ਤੋਂ ਇਹੀ ਟਿੱਪਣੀ ਸੁਣਨੇ ਵਿੱਚ ਮਿਲਦੀ ਹੈ ਕਿ ਇਸ ਦੇ ਮਾਂ-ਬਾਪ ਨੇ ਇਸ ਨੂੰ ਕੁਝ ਸਿਖਾਇਆ ਹੀ ਨਹੀਂ ਹੈ, ਇਸ ਲਈ ਇਹ ਇਸ ਤਰ੍ਹਾਂ ਕਰ ਰਿਹਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਸਾਡੇ ਆਚਰਣ ਅਤੇ ਸਾਡੇ ਵਿਵਹਾਰ ਤੋਂ ਸਾਡੀਆਂ ਆਦਤਾਂ ਦਾ ਦਰਸ਼ਨ ਹੁੰਦਾ ਹੈ। ਇਸ ਲਈ ਜਦੋਂ ਅਸੀਂ ਇਹ ਉਮੀਦ ਰੱਖਦੇ ਹਾਂ ਕਿ ਸਾਡੇ ਨਾਲ ਹਮੇਸ਼ਾ ਸਾਰੇ ਅੱਛਾਈ ਨਾਲ ਪੇਸ਼ ਆਉਣ, ਉਸ ਲਈ ਸਾਨੂੰ ਵੀ ਸਭ ਨਾਲ ਅੱਛਾਈ ਨਾਲ ਪੇਸ਼ ਆਉਣ ਦੀ ਆਦਤ ਬਣਾਉਣੀ ਚਾਹੀਦੀ ਹੈ, ਕਿਉਂਕਿ ਇਹ ਤਾਂ ਦੁਨੀਆ ਦਾ ਦਸਤੂਰ ਹੈ, ਲਾਅ ਆਫ ਅਟਰੈਕਸ਼ਨ ਹੈ। ਜੋ ਦੇਵੋਗੇ ਉਹੀ ਪਾਓਗੇ। ਕਈ ਲੋਕ ਦੂਸਰਿਆਂ ਉੱਤੇ ਪ੍ਰਭਾਵ ਪਾਉਣ ਲਈ ਚੰਗੇ ਬਣਨ ਦੀ ਐਕਟਿੰਗ, ਫਾਰਮੈਲਿਟੀ ਕਰਦੇ ਹਨ ਅਤੇ ਆਪਣੀ ਇਸ ਚਤੁਰਾਈ, ਜਾਲਬਾਜ਼ੀ ਵਿੱਚ ਕੁਝ ਦੇਰ ਤੱਕ ਕਾਮਯਾਬ ਵੀ ਹੋ ਜਾਂਦੇ ਹਨ। ਪਰ ਜਦੋਂ ਇਸ ਤਰ੍ਹਾਂ ਕਰਦੇ ਹਨ, ਇਹ ਭੁੱਲ ਜਾਂਦੇ ਹਨ, ਜੈਸਾ ਬੀਜੋਗੇ ਵੈਸਾ ਪਾਓਗੇ। ਇਸ ਕਹਾਵਤ ਨੂੰ ਭੁੱਲ ਜਾਂਦੇ ਹਨ ਅਤੇ ਆਪਣੇ ਭਰਮ ਵਿੱਚ ਅੰਦਰ ਹੀ ਅੰਦਰ ਖੁਸ਼ ਰਹਿੰਦੇ ਹਨ। ਉਹਨਾਂ ਨੂੰ ਇਸ ਗੱਲ ਦੀ ਖਬਰ ਵੀ ਨਹੀਂ ਰਹਿੰਦੀ ਕਿ ਕਰਮਾਂ ਦੇ ਕਾਨੂੰਨ ਤੋਂ ਲੋਕੇ ਤਾਂ ਤੁਸੀਂ ਕਿਤੇ ਜਾ ਨਹੀਂ ਸਕਦੇ। ਅੱਜ ਨਹੀਂ ਤਾਂ ਕੱਲ੍ਹ ਉਹਨਾਂ ਨੂੰ ਆਪਣੀ ਕੀਤੀ ਹੋਈ ਚਤੁਰਾਈ ਦਾ ਫਲ ਉਸੇ ਹੀ ਰੂਪ ਵਿੱਚ ਵਾਪਸ ਮਿਲੇਗਾ। ਇਸ ਲਈ ਸਮਝਦਾਰੀ ਇਸੇ ਵਿੱਚ ਹੈ ਕਿ ਅਸੀਂ ਜਨਰਲ ਰੂਪ ਵਿੱਚ ਸਾਰਿਆਂ ਲਈ ਆਪਣੇ ਅੰਦਰ ਸ਼ੁਭ ਕਾਮਨਾਵਾਂ, ਸ਼ੁਭ ਭਾਵਨਾਵਾਂ ਰੱਖੀਏ। ਜਦੋਂ ਸਾਡੀਆਂ ਭਾਵਨਾਵਾਂ ਸ਼ੁੱਧ ਹੋਣਗੀਆਂ ਤਾਂ ਲੋਕਾਂ ਦਾ ਵਿਵਹਾਰ ਵੀ ਸਾਡੇ ਪ੍ਰਤੀ ਆਪਣੇ ਆਪ ਹੀ ਚੰਗਾ ਹੋਵੇਗਾ। ਯਾਦ ਰੱਖੋ, ਝੂਠੇ ਭਰਮ ਦਾ ਮਾਸਕ ਅੱਜ ਨਹੀਂ ਤਾਂ ਕੱਲ੍ਹ ਸੱਚਾਈ ਅਤੇ ਸ਼ੁੱਧਤਾ ਦੇ ਅੱਗੇ ਫਿੱਕਾ ਪੈ ਜਾਵੇਗਾ। ਇਸ ਲਈ ਤੁਸੀਂ ਜੋ ਵੀ ਹੋ, ਜਿਸ ਤਰ੍ਹਾਂ ਦੇ ਵੀ ਹੋ, ਅੰਦਰ ਬਾਹਰ ਇੱਕੋ ਜਿਹਾ ਰਹੋ ਤਾਂ ਕਿ ਲੋਕਾਂ ਦੇ ਮਨ ਅੰਦਰ ਕਿਸੇ ਪ੍ਰਕਾਰ ਦੀ ਮਿਸਅੰਡਰਸਟੈਂਡਿੰਗ ਨਾ ਹੋਵੇ। ਜੇਕਰ ਸਾਡਾ ਆਪਣਾ ਬੱਚਾ ਕਿਸੇ ਉੱਤੇ ਚਿੱਕੜ ਉਛਾਲਦਾ ਹੈ ਤਾਂ ਅਸੀਂ ਕਹਿੰਦੇ ਹਾਂ, ਬੱਚੇ ਤਾਂ ਇਸੇ ਤਰ੍ਹਾਂ ਕਰਦੇ ਹਨ, ਇਹਨਾਂ ਦੀ ਉਮਰ ਹੈ।
ਪਰ ਜੇ ਗੁਆਂਢੀਆਂ ਦੇ ਬੱਚੇ ਨੇ ਸਾਡੇ ਉੱਤੇ ਥੋੜ੍ਹੀ ਜਿਹੀ ਮਿੱਟੀ ਸੁੱਟ ਦਿੱਤੀ ਤਾਂ ਉਸ ਨੂੰ ਸ਼ਰਾਰਤੀ ਜਾਂ ਬਦਤਮੀਜੀ ਕਹਿ ਕੇ ਤਮਾਸ਼ਾ ਖੜਾ ਕਰ ਦਿੰਦੇ ਹਾਂ। ਇੱਕ ਹੀ ਗਲਤੀ ਲਈ ਕਿਸੇ ਇੱਕ ਲਈ ਸਹਿਣ ਕਰ ਲੈਂਦੇ ਹਾਂ ਤੇ ਦੂਸਰੇ ਨੂੰ ਉਸੇ ਗਲਤੀ ਲਈ ਕ੍ਰੋਧ ਅਤੇ ਘਿਰਣਾ ਕਰਦੇ ਹਾਂ। ਜੇ ਅਸੀਂ ਪੋਜ਼ਿਟਿਵ ਸੋਚੀਏ ਤਾਂ ਗਲਤੀ ਕਰਨ ਵਾਲੇ ਹੋਰ ਕਿਸੇ ਵਿਅਕਤੀ ਲਈ ਵੀ ਸਹਿਣ ਸ਼ਕਤੀ ਵਰਤ ਕੇ ਮਾਫ਼ ਕਰ ਦਈਏ। ਇਸ ਤਰ੍ਹਾਂ ਕਰਨ ਨਾਲ ਵੀ ਸਾਡੀ ਸ਼ਾਨ ਵਿੱਚ ਕੋਈ ਕਮੀ ਨਹੀਂ ਆਵੇਗੀ। ਸਾਰਿਆਂ ਲਈ ਆਪਣਾ ਸੁਭਾਅ ਸਰਲ ਬਣਾਉਣਾ ਹੈ। ਇਸ ਦਾ ਸਭ ਤੋਂ ਸਰਲ ਤਰੀਕਾ ਹੈ ਪਾਪ ਅਤੇ ਪਾਪੀ ਦੇ ਵਿਚਲੇ ਅੰਤਰ ਨੂੰ ਸਮਝਣਾ। ਪਰ ਅਸੀਂ ਦਿਆਲੂ ਬਣਨ ਦੀ ਬਜਾਏ ਉਸੇ ਵੇਲੇ ਹੀ ਕਿਸੇ ਵਿਅਕਤੀ ਦੁਆਰਾ ਕੀਤੀ ਹੋਈ ਗਲਤੀ ਕਾਰਨ ਉਸ ਦੀ ਨਿੰਦਾ ਸ਼ੁਰੂ ਕਰ ਦਿੰਦੇ ਹਾਂ ਅਤੇ ਮਨ ਹੀ ਮਨ ਉਸ ਨੂੰ ਨਫ਼ਰਤ ਦੀ ਭਾਵਨਾ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਤਾਂ ਉਹ ਵਿਅਕਤੀ ਨਹੀਂ ਸੁਧਰੇਗਾ। ਉਸ ਦੀ ਨਿੰਦਿਆ ਅਤੇ ਉਸ ਨਾਲ ਨਫ਼ਰਤ ਕਰਕੇ ਤਾਂ ਸਾਨੂੰ ਵੀ ਸ਼ਾਂਤੀ ਨਹੀਂ ਮਿਲੇਗੀ। ਇਸ ਲਈ ਇਸ ਤਰ੍ਹਾਂ ਦੇ ਸਮੇਂ ਵਿੱਚ ਇਹੀ ਚੰਗਾ ਹੈ ਕਿ ਅਸੀਂ ਆਪਣੇ ਮਨ ਵਿੱਚ ਸੋਚੀਏ ਕਿ ਹਰ ਇੱਕ ਵਿਅਕਤੀ ਆਪਣੇ ਸੁਭਾਅ ਅਤੇ ਆਦਤ ਤੋਂ ਮਜਬੂਰ ਹੈ ਅਤੇ ਲਾਚਾਰ ਹੋ ਕੇ ਗਲਤੀ ਕਰ ਰਿਹਾ ਹੈ। ਉਸ ਨੂੰ ਸਹਿਯੋਗ ਦੇਵੋ ਤਾਂ ਕਿ ਉਹ ਆਪਣੀਆਂ ਆਦਤਾਂ ਦੇ ਜਾਲ ਵਿੱਚੋਂ ਆਸਾਨੀ ਨਾਲ ਨਿਕਲ ਸਕੇ। ਜੇਕਰ ਦੁਨੀਆ ਦੇ ਹਰ ਮਨੁੱਖ ਦੇ ਅੰਦਰ ਦਇਆ ਦਾ ਦੀਵਾ ਜਗ ਜਾਏ ਫਿਰ ਕੋਈ ਲੜਾਈ ਵਗੈਰਾ ਲੱਗੇਗੀ ਹੀ ਨਹੀਂ। ਆਪਣੀਆਂ ਆਦਤਾਂ ਨੂੰ ਦਇਆਵਾਨ ਬਣਾ ਕੇ ਸਾਰਿਆਂ ਲਈ ਸ਼ੁਭ ਕਾਮਨਾਵਾਂ ਸ਼ੁਭ ਭਾਵਨਾਵਾਂ ਰੱਖੋ, ਜਿਸ ਨਾਲ ਹੋਰ ਆਤਮਾਵਾਂ ਨੂੰ ਆਪਣੀਆਂ ਕਮਜ਼ੋਰੀਆਂ 'ਤੇ ਕਾਬੂ ਪਾ ਕੇ ਆਪਣੇ ਜੀਵਨ ਨੂੰ ਬਦਲਣ ਦਾ ਮੌਕਾ ਮਿਲ ਸਕੇ। ਜਦੋਂ ਵੀ ਸਾਨੂੰ ਲੱਗਣ ਲੱਗੇ ਕਿ ਆਪਣੇ ਆਪ ਨੂੰ ਕੰਪਲੀਟ ਕਰਨ ਲਈ ਸਾਨੂੰ ਕੁਝ ਹੋਰ ਚਾਹੀਦਾ ਹੈ ਤਾਂ ਆਪਣੇ ਆਪ ਨੂੰ ਯਾਦ ਦਿਵਾਵੋ ਕਿ ਮੈਂ ਇੱਕ ਚੈਤਨਿਆ ਸ਼ਕਤੀ ਹਾਂ, ਮੈਂ ਕੰਪਲੀਟ ਹਾਂ, ਖੁਸ਼ ਹਾਂ। ਸਾਡੇ ਜੀਵਨ ਵਿੱਚ ਜੇ ਕਿਸੇ ਨਾਲ ਕੋਈ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਉਸ ਤੋਂ ਬਿਨਾਂ ਅਧੂਰੇ ਹਾਂ ਅਤੇ ਲੱਗਦਾ ਹੈ ਕਿ ਸਾਡਾ ਪੂਰਾ ਜੀਵਨ ਹੀ ਖਾਲੀ ਖਾਲੀ ਹੋ ਗਿਆ ਹੈ। ਇਹ ਅਧੂਰਾਪਨ ਸਾਡੇ ਕੋਲੋਂ ਬਹੁਤ ਕੁਝ ਕਰਵਾ ਦਿੰਦਾ ਹੈ। ਇਸ ਅਧੂਰੇਪਨ ਨੂੰ ਹੀ ਅਸੀਂ ਖਾਲੀਪਨ ਕਹਿੰਦੇ ਹਾਂ। ਖਾਲੀਪਨ ਇਸ ਲਈ ਹੈ ਕਿ ਖੁਸ਼ੀ ਬਾਹਰ ਲੱਭਦੇ ਫਿਰਦੇ ਹਾਂ ਤਾਂ ਫਿਰ ਨੈਗੇਟਿਵ ਵਿਚਾਰ ਕਰਦੇ ਹਾਂ। ਜੇ ਇਸ ਤਰ੍ਹਾਂ ਹੁੰਦਾ ਤਾਂ ਇਹ ਹੋ ਸਕਦਾ ਸੀ, ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਉਹ ਹੋ ਸਕਦਾ ਸੀ। ਇਹ ਵਿਅਰਥ ਅਤੇ ਨੈਗੇਟਿਵ ਸੋਚਾਂ ਹਨ। ਇਹ ਸਾਡੀ ਊਰਜਾ ਨਸ਼ਟ ਕਰਦੀਆਂ ਹਨ। ਅਸੀਂ ਪੋਜ਼ਿਟਿਵ ਵਿਚਾਰ ਕਰਕੇ ਹੀ ਨੈਗੇਟਿਵ ਵਿਚਾਰਾਂ ਤੋਂ ਬਚ ਸਕਦੇ ਹਾਂ ਅਤੇ ਆਪਣੇ ਆਪ ਨੂੰ ਭਰਪੂਰ ਅਨੁਭਵ ਕਰ ਸਕਦੇ ਹਾਂ। ਜਿਸ ਵੇਲੇ ਹੀ ਅਸੀਂ ਪੋਜ਼ਿਟਿਵ ਵਿਚਾਰ ਕਰਨੇ ਸ਼ੁਰੂ ਕਰਦੇ ਹਾਂ ਤਾਂ ਅਸੀਂ ਮੁਕਤ ਮਹਿਸੂਸ ਕਰਦੇ ਹਾਂ। ਨਹੀਂ ਤਾਂ ਅਸੀਂ ਹਮੇਸ਼ਾ ਕਿਸੇ ਨਾ ਕਿਸੇ ਦੀ ਪੋਜੀਸ਼ਨ ਉੱਤੇ, ਕਿਸੇ ਵਸਤੂ ਉੱਤੇ ਜਾਂ ਧਨ ਉੱਤੇ ਨਿਰਭਰ ਹੀ ਰਹਿੰਦੇ ਹਾਂ। ਅਸੀਂ ਸੜਕ 'ਤੇ ਜਾ ਰਹੇ ਹਾਂ, ਰਸਤੇ ਵਿੱਚ ਇੱਕ ਬਹੁਤ ਵੱਡਾ ਪੱਥਰ ਹੈ। ਜੇ ਹੁਣ ਅਸੀਂ ਕਹੀਏ ਉਹ ਪੱਥਰ ਮੇਰੇ ਰਸਤੇ ਵਿੱਚ ਹੈ ਤੇ ਅਸੀਂ ਰੁਕ ਜਾਈਏ, ਉਹ ਪੱਥਰ ਮੇਰੇ ਰਸਤੇ ਵਿੱਚ ਨਹੀਂ ਹੈ। ਮੈਂ ਜੋ ਰਸਤਾ ਚੁਣਿਆ ਹੈ ਉਹ ਪੱਥਰਾਂ ਵਾਲਾ ਚੁਣਿਆ ਹੈ। ਇਹ ਪੱਥਰ ਮੈਨੂੰ ਸਹੀ ਰਸਤਾ ਦਿਖਾਉਣ ਲਈ ਹੀ ਆਇਆ ਹੈ। ਜਿਸ ਵੇਲੇ ਮੈਂ ਇਸ ਪੱਥਰ ਨੂੰ ਇੱਕ ਮੌਕੇ ਦੇ ਰੂਪ ਵਿੱਚ ਦੇਖਾਂਗੀ ਤਾਂ ਸਾਡਾ ਸੋਚਣੇ ਦਾ ਢੰਗ ਹੀ ਬਦਲ ਜਾਵੇਗਾ। ਜਦੋਂ ਅਸੀਂ ਹਾਲਾਤਾਂ ਨੂੰ ਪਾਰ ਕਰ ਲੈਂਦੇ ਹਾਂ ਤਾਂ ਸਾਨੂੰ ਲੱਗਦਾ ਹੈ ਇਹ ਤਾਂ ਕੋਈ ਖਾਸ ਮੁਸ਼ਕਲ ਨਹੀਂ ਸੀ, ਪਰ ਅਸੀਂ ਇਸ ਨੂੰ ਬਹੁਤ ਵੱਡਾ ਮੰਨ ਬੈਠੇ ਸੀ। ਜਦੋਂ ਹੀ ਕੋਈ ਔਕੜ ਆਉਂਦੀ ਹੈ ਤਾਂ ਉਹ ਤੁਹਾਡੇ ਕੋਲੋਂ ਜਵਾਬ ਚਾਹੁੰਦੀ ਹੈ। ਜੀਵਨ ਵਿੱਚ ਮੁਸ਼ਕਲਾਂ ਇਸ ਲਈ ਆਉਂਦੀਆਂ ਹਨ ਕਿ ਉਹ ਸਾਡੀ ਕੰਮ ਕਰਨ ਦੀ ਸ਼ਕਤੀ ਨੂੰ ਵਧਾ ਸਕਣ। ਸਤਿ ਸ੍ਰੀ ਅਕਾਲ।